ਵਿਦਿਆਰਥੀਓ, ਤੁਹਾਡਾ ਇਸ ਪ੍ਰੋਗਰਾਮ ਵਿੱਚ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਆਪਣਾ ਗੁਰਮੇਲ ਸਿੰਘ ਸਾਗੂ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 7ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦਾ ਪਾਠ ਨੰਬਰ 13, ਦਿੱਲੀ ਸਲਤਨਤ, ਭਾਗ ਦੂਸਰਾ। ਬੱਚਿਓ, ਇਸ ਪਾਠ ਦਾ ਪਹਿਲਾ ਭਾਗ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਕਰ ਚੁੱਕੇ ਹਾਂ ਤੇ ਇਸ ਤੋਂ ਪਹਿਲਾਂ ਕਿ ਆਪਾਂ ਦੂਸਰੇ ਭਾਗ ਵੱਲ ਵਧੀਏ, ਪਹਿਲੇ ਭਾਗ ਦੇ ਕੁਝ ਮੇਨ ਪੁਆਇੰਟਸ ਇੱਕ ਵਾਰ ਦੁਹਰਾ ਲਈਏ। ਤਾਂ ਦਿੱਲੀ ਸਲਤਨਤ ਦਾ ਰਾਜ 1206 ਈਸਵੀ ਤੋਂ 1526 ਈਸਵੀ ਦਾ ਰਿਹਾ ਹੈ ਔਰ ਇਸ ਸਲਤਨਤ ਦੇ ਵਿੱਚ ਵੱਖ-ਵੱਖ ਵੰਸ਼ ਆਏ, ਜਿਨ੍ਹਾਂ ਵੰਸ਼ਾਂ ਦੇ ਨਾਂ ਇਸ ਤਰ੍ਹਾਂ ਹਨ: ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਅਤੇ ਲੋਧੀ ਵੰਸ਼। ਇਹਦੇ ਸਾਹਮਣੇ ਸਮਾਂ ਕਾਲ ਦਿੱਤਾ ਹੋਇਆ ਹੈ, ਪਰ ਇਹ ਇੱਕ ਐਕਸਰਸਾਈਜ਼ ਦੇ ਰੂਪ ਵਿੱਚ ਹੈ। ਇਹਨਾਂ ਦਾ ਮਿਲਾਨ ਤੁਸੀਂ ਕਰਨਾ ਹੈ ਕਿਉਂਕਿ ਸਮਾਂ ਕਾਲ ਨੂੰ ਜੰਬਲ ਰੂਪ ਵਿੱਚ ਦਿੱਤਾ ਹੋਇਆ ਹੈ। ਤਾਂ ਆਪਾਂ ਇਹਨਾਂ ਦਾ ਇੱਕ ਇੱਕ ਕਰਕੇ ਮਿਲਾਨ ਕਰਦੇ ਹਾਂ। ਸਭ ਤੋਂ ਪਹਿਲਾ ਵੰਸ਼ ਜਿਹੜਾ ਆਇਆ ਸੀ ਉਹ ਸੀ ਦਾਸ ਵੰਸ਼ ਅਤੇ ਉਸ ਦਾ ਸਮਾਂ ਕਾਲ ਸੀ 1206 ਈਸਵੀ ਤੋਂ 1290 ਈਸਵੀ। ਉਸ ਤੋਂ ਅਗਲਾ ਵੰਸ਼ ਦਿੱਲੀ ਸਲਤਨਤ ਦੇ ਵਿੱਚ ਜਿਹੜਾ ਆਉਂਦਾ ਹੈ ਉਹ ਹੈ ਖਿਲਜੀ ਵੰਸ਼। ਇਹਨਾਂ ਦਾ ਸਮਾਂ ਕਾਲ ਸੀ 1290 ਈਸਵੀ ਤੋਂ 1320 ਈਸਵੀ। ਉਸ ਤੋਂ ਅਗਲਾ ਵੰਸ਼ ਜਿਹੜਾ ਆਇਆ ਉਹ ਸੀ ਤੁਗਲਕ ਵੰਸ਼। ਉਹਨਾਂ ਦਾ ਸਮਾਂ ਕਾਲ ਸੀ 1320 ਈਸਵੀ ਤੋਂ 1414 ਈਸਵੀ। ਉਸ ਤੋਂ ਬਾਅਦ ਸਾਡੇ ਕੋਲ ਆਇਆ ਸੈਯਦ ਵੰਸ਼, ਜਿਨ੍ਹਾਂ ਦਾ ਸਮਾਂ ਕਾਲ ਰਿਹਾ 1414 ਈਸਵੀ ਤੋਂ 1451 ਈਸਵੀ। ਅਤੇ ਆਖਰੀ ਵੰਸ਼ ਦਿੱਲੀ ਸਲਤਨਤ ਦਾ ਲੋਧੀ ਵੰਸ਼, ਇਹਨਾਂ ਦਾ ਸਮਾਂ ਕਾਲ ਰਿਹਾ 1451 ਈਸਵੀ ਤੋਂ 1526 ਈਸਵੀ। ਦਿੱਲੀ ਸਲਤਨਤ ਦੇ ਇਹਨਾਂ ਸਾਰੇ ਵੰਸ਼ਾਂ ਦੇ ਕੁਝ ਪ੍ਰਮੁੱਖ ਸ਼ਾਸਕਾਂ ਦੇ ਨਾਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਲਿਖੇ ਹੋਏ ਹਨ। ਕੁਤਬਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ, ਬਲਬਨ, ਇਹ ਚਾਰੇ ਦਾਸ ਵੰਸ਼ ਨਾਲ ਸੰਬੰਧ ਰੱਖਦੇ ਸਨ। ਉਸ ਤੋਂ ਅੱਗੇ ਦੋ ਨਾਮ ਜਲਾਲੂਦੀਨ ਖਿਲਜੀ ਔਰ ਅਲਾਉਦੀਨ ਖਿਲਜੀ, ਇਹ ਦੋਨੋਂ ਖਿਲਜੀ ਸਲਤਨਤ ਜਾਂ ਖਿਲਜੀ ਵੰਸ਼ ਦੇ ਨਾਲ ਸੰਬੰਧ ਰੱਖਦੇ ਸਨ। ਉਸ ਤੋਂ ਅੱਗੇ ਸਾਡੇ ਕੋਲ ਨਾਮ ਹਨ ਮੁਹੰਮਦ ਬਿਨ ਤੁਗਲਕ ਔਰ ਫਿਰੋਜ਼ ਸ਼ਾਹ ਤੁਗਲਕ, ਇਹ ਦੋਨੋਂ ਤੁਗਲਕ ਵੰਸ਼ ਦੇ ਨਾਲ ਸੰਬੰਧ ਰੱਖਦੇ ਸਨ। ਉਸ ਤੋਂ ਬਾਅਦ ਇੱਕ ਨਾਮ ਹੈ ਖਿਜ਼ਰ ਖਾਂ, ਇਹ ਇੱਕ ਵੰਸ਼ ਨੇ ਬਹੁਤ ਥੋੜ੍ਹਾ ਜਿਹਾ ਸਮਾਂ ਰਾਜ ਕੀਤਾ ਸੀ। ਸੈਯਦ ਵੰਸ਼, ਖਿਜ਼ਰ ਖਾਂ ਉਸ ਵੰਸ਼ ਨਾਲ ਸੰਬੰਧ ਰੱਖਦਾ ਹੈ। ਔਰ ਲਾਸਟ ਵਾਲੇ ਤਿੰਨੋਂ ਨਾਮ ਬਹਿਲੋਲ ਲੋਧੀ, ਸਿਕੰਦਰ ਲੋਧੀ ਔਰ ਇਬਰਾਹਿਮ ਲੋਧੀ, ਲੋਧੀ ਵੰਸ਼ ਦੇ ਨਾਲ ਸੰਬੰਧ ਰੱਖਦੇ ਸਨ। ਹੋਰ ਵੀ ਸ਼ਾਸਕ ਇਹਨਾਂ ਵੰਸ਼ਾਂ ਦੇ ਅਲੱਗ-ਅਲੱਗ ਸਮਿਆਂ 'ਤੇ ਰਾਜ ਕਰਦੇ ਰਹੇ, ਪਰ ਉਹ ਸ਼ਾਸਕ ਕਮਜ਼ੋਰ ਸਨ ਜਾਂ ਜ਼ਿਆਦਾ ਇੰਪੋਰਟੈਂਟ ਨਹੀਂ ਹਨ। ਇਸ ਕਰਕੇ ਉਹਨਾਂ ਦੇ ਨਾਮ ਜਿਹੜੇ ਹੈ ਉਹ ਜਦੋਂ ਆਪਾਂ ਉਹਨਾਂ ਦੇ ਬਾਰੇ, ਵੰਸ਼ ਦੇ ਬਾਰੇ ਪੜ੍ਹਦੇ ਹਾਂ, ਉੱਥੇ ਆਪਾਂ ਜ਼ਰੂਰ ਪੜ੍ਹਾਂਗੇ। ਹੁਣ ਇਹਨਾਂ ਦੇ ਨਾਲ ਜੋ ਆਪਾਂ ਪਹਿਲੇ ਭਾਗ ਦੇ ਵਿੱਚ ਜੋ ਕੁਝ ਪੜ੍ਹਿਆ ਸੀ ਦਾਸ ਵੰਸ਼ ਦੇ ਬਾਰੇ, ਉਹਦੇ ਸੰਬੰਧ ਵਿੱਚ ਕੁਝ ਪ੍ਰਸ਼ਨ ਤੁਹਾਡੇ ਸਾਹਮਣੇ ਆ ਰਹੇ ਨੇ। ਤੁਸੀਂ ਇੱਕ ਇੱਕ ਕਰਕੇ ਉਹਨਾਂ ਦੇ ਉੱਤਰ ਦੇਣੇ ਹਨ ਜਾਂ ਆਪਣੇ ਦਿਮਾਗ ਵਿੱਚ ਸੋਚਣੇ ਹਨ। ਪਹਿਲਾ ਹੈ ਦਿੱਲੀ ਸਲਤਨਤ ਦਾ ਸਮਾਂ ਕਾਲ ਦੱਸੋ। ਅੱਜ ਵੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਦਿੱਲੀ ਸਲਤਨਤ ਦਾ ਸਮਾਂ ਕਾਲ 1206 ਈਸਵੀ ਤੋਂ 1526 ਈਸਵੀ ਤੱਕ, ਯਾਨੀ ਕਿ ਲਗਭਗ 320 ਸਾਲ ਦਿੱਲੀ ਸਲਤਨਤ ਦਾ ਜਿਹੜਾ ਇਹ ਰਾਜਕਾਲ ਰਿਹਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਦਿੱਲੀ ਸਲਤਨਤ ਦੇ ਸ਼ਾਸਨ ਕਾਲ ਦੌਰਾਨ ਕਿਹੜੇ ਵੰਸ਼ਾਂ ਨੇ ਰਾਜ ਕੀਤਾ? 6 ਵੰਸ਼ਾਂ ਨੇ ਰਾਜ ਕੀਤਾ ਸੀ। ਇੱਕ ਵੰਸ਼ ਬਾਰੇ ਆਪਾਂ ਪੜ੍ਹ ਵੀ ਚੁੱਕੇ ਹਾਂ। ਕਿਹੜੇ ਵੰਸ਼ ਸੀ? ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼। ਨੰਬਰ 3, ਕੁਤਬ ਮੀਨਾਰ ਦਾ ਨਿਰਮਾਣ ਕਿਸ ਨੇ ਸ਼ੁਰੂ ਕਰਵਾਇਆ? ਕੁਤਬ ਮੀਨਾਰ, ਕੁਤਬ ਜਿਹੜਾ ਨਾਮ ਤੋਂ ਉਸ ਸ਼ਾਸਕ ਦਾ ਨਾਮ ਸ਼ੁਰੂ ਹੁੰਦਾ ਹੈ, ਕੁਤਬਦੀਨ ਐਬਕ। ਨੰਬਰ 4, ਰਜ਼ੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ, ਇਲਤੁਤਮਿਸ਼। ਪੰਜਵਾਂ ਕੁਐਸਚਨ ਹੈ, ਲਹੂ ਅਤੇ ਲੋਹੇ ਦੀ ਨੀਤੀ ਕਿਸ ਨੇ ਅਪਣਾਈ? ਲਹੂ ਅਤੇ ਲੋਹੇ ਦੀ ਨੀਤੀ ਗਿਆਸੁਦੀਨ ਬਲਬਨ ਨੇ, ਜਿਹੜਾ ਕਿ ਦਾਸ ਵੰਸ਼ ਦਾ ਆਖਰੀ ਤਾਕਤਵਰ ਸ਼ਾਸਕ ਸੀ। ਉਸਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਸੀ। ਨੈਕਸਟ ਐਕਸਰਸਾਈਜ਼ ਆਪਣੇ ਕੋਲ ਹੈ ਖਾਲੀ ਥਾਵਾਂ ਭਰੋ। ਪਹਿਲਾ ਹੈ ਸੁਲਤਾਨ ਸ਼ਬਦ ਦਾ ਅਰਥ ਹੈ ਡੈਸ਼। ਸੁਲਤਾਨ
ਸ਼ਾਸਕ, ਇਸ ਨੂੰ ਆਪਾਂ ਰਾਜਾ ਵੀ ਕਹਿ ਦਿੰਦੇ ਹਾਂ। ਦੂਸਰਾ ਹੈ ਆਪਣੇ ਕੋਲ ਸਲਤਨਤ ਅਤੇ ਸੁਲਤਾਨ ਸ਼ਬਦ ਡੈਸ਼ ਭਾਸ਼ਾ ਤੋਂ ਲਏ ਗਏ ਹਨ। ਸਲਤਨਤ ਅਤੇ ਸੁਲਤਾਨ ਸ਼ਬਦ ਡੈਸ਼ ਭਾਸ਼ਾ ਤੋਂ ਲਏ ਗਏ ਹਨ। ਕਿਹੜੀ ਭਾਸ਼ਾ ਤੋਂ ਲਏ ਇਹ? ਅਰਬੀ ਭਾਸ਼ਾ ਤੋਂ ਲਏ ਗਏ ਹਨ। ਜਿਵੇਂ ਸੁਲਤਾਨ ਦਾ ਅਰਥ ਸੀਗਾ ਸ਼ਾਸਕ ਤੇ ਸਲਤਨਤ ਰਾਜ ਜਾਂ ਸ਼ਾਸਨ। ਨੰਬਰ 3, ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਡੈਸ਼ ਸੀ। ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਦਾਸ ਸੀ। ਨੰਬਰ 4, ਇਲਤੁਤਮਿਸ਼ ਡੈਸ਼ ਈਸਵੀ ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਇਲਤੁਤਮਿਸ਼ ਕਦੋਂ ਬਣਿਆ ਦਿੱਲੀ ਦਾ ਸੁਲਤਾਨ? 1211 ਈਸਵੀ ਜਾਂ 1211 ਈਸਵੀ ਵਿੱਚ। ਨੰਬਰ 5 ਹੈ ਗਿਆਸੁਦੀਨ ਬਲਬਨ ਦਾ ਸ਼ਾਸਨ ਕਾਲ ਡੈਸ਼ ਈਸਵੀ ਤੋਂ ਡੈਸ਼ ਈਸਵੀ ਤੱਕ ਸੀ। ਗਿਆਸੁਦੀਨ ਬਲਬਨ 1266 ਈਸਵੀ ਤੋਂ 1286 ਈਸਵੀ ਤੱਕ, ਯਾਨੀ ਕਿ ਉਹਨੇ 20 ਸਾਲ ਰਾਜ ਕੀਤਾ। ਗਿਆਸੁਦੀਨ ਬਲਬਨ ਨੇ ਮੰਗੋਲਾਂ 'ਤੇ ਕਾਬੂ ਪਾਉਣ ਦੇ ਲਈ ਡੈਸ਼ ਅਤੇ ਡੈਸ਼ ਦੀ ਨੀਤੀ ਅਪਣਾਈ। ਮੰਗੋਲਾਂ 'ਤੇ ਕਾਬੂ ਪਾਉਣ ਲਈ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ। ਲਹੂ ਅਤੇ ਲੋਹਾ, ਇਹ ਨੀਤੀ ਉਹਨੇ ਮੰਗੋਲਾਂ ਦੇ ਉੱਪਰ ਕਾਬੂ ਪਾਉਣ ਲਈ ਇਸ ਕਰਕੇ ਅਪਣਾਈ ਸੀ ਕਿਉਂਕਿ ਮੰਗੋਲ ਭਾਰਤ ਉੱਪਰ ਵਾਰ-ਵਾਰ ਹਮਲੇ ਕਰਦੇ ਰਹਿੰਦੇ ਸਨ ਔਰ ਉਹ ਬਹੁਤ ਹੀ ਜ਼ਾਲਮ ਹਮਲਾਵਰ ਸਨ, ਕਿਉਂਕਿ ਉਹਨਾਂ ਦੇ ਰਸਤੇ ਵਿੱਚ ਜੋ ਵੀ ਆਉਂਦਾ ਸੀ ਉਹਨੂੰ ਉਹ ਜਾਨੋਂ ਮਾਰ ਮੁਕਾਉਂਦੇ ਸਨ। ਇਸ ਕਰਕੇ ਉਹਨਾਂ ਦਾ ਟਾਕਰਾ ਕਰਨ ਵਾਸਤੇ ਉਨੀ ਹੀ ਸ਼ਕਤੀਸ਼ਾਲੀ ਨੀਤੀ ਅਪਣਾਉਣ ਦੀ ਲੋੜ ਸੀ। ਉਹਨਾਂ ਨੂੰ ਵੀ ਸਖਤ ਸਜ਼ਾਵਾਂ ਦੇਣ ਦੀ ਲੋੜ ਸੀ। ਇਸ ਲਈ ਬਲਬਨ ਨੇ ਉਹਨਾਂ 'ਤੇ ਕਾਬੂ ਪਾਉਣ ਲਈ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ। ਸਹੀ ਗਲਤ ਦੱਸੋ। ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਪੁੱਤਰ ਸੀ। ਇਲਤੁਤਮਿਸ਼, ਇਹ ਸਹੀ ਹੈ ਜਾਂ ਗਲਤ ਹੈ? ਗਲਤ ਹੈ, ਕਿਉਂਕਿ ਇਲਤੁਤਮਿਸ਼ ਤਾਂ ਕੁਤਬਉਦੀਨ ਐਬਕ ਦਾ ਦਾਸ ਸੀ। ਨੰਬਰ 2, ਕੁਤਬਉਦੀਨ ਐਬਕ ਨੇ ਇਲਤੁਤਮਿਸ਼ ਨੂੰ ਅਮੀਰ ਏ ਸ਼ਿਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ। ਅਮੀਰ ਏ ਸ਼ਿਕਾਰ ਬਿਲਕੁਲ ਸਹੀ ਹੈ। ਨੰਬਰ 3, ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਸਹੀ। ਨੰਬਰ 4, ਰਜ਼ੀਆ ਸੁਲਤਾਨ ਦੀ ਹੱਤਿਆ ਦਾ ਕਾਰਨ ਉਸ ਸਮੇਂ ਦੀ ਮਰਦ ਪ੍ਰਧਾਨ ਸੋਚ ਸੀ ਕਿਉਂਕਿ ਉਸਦੇ ਦਰਬਾਰ ਦੇ ਅਮੀਰ ਅਤੇ ਫੌਜੀ ਅਧਿਕਾਰੀ ਇੱਕ ਔਰਤ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਨ। ਸਹੀ। ਨੰਬਰ 5, ਬਲਬਨ ਨੇ ਮੰਗੋਲਾਂ ਦੇ ਵਿਰੁੱਧ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ। ਸਹੀ। ਤਾਂ ਇਹ ਸੀ ਰੀਕੈਪਚੁਲੇਸ਼ਨ ਪਹਿਲੇ ਭਾਗ ਦੀ। ਹੁਣ ਆਪਾਂ ਦੂਸਰੇ ਭਾਗ ਵੱਲ ਵੱਧਦੇ ਹਾਂ। ਤਾਂ ਦਾਸ ਵੰਸ਼ ਤੋਂ ਅਗਲਾ ਵੰਸ਼ ਜਿਹੜਾ ਸਾਡੇ ਕੋਲ ਆਉਂਦਾ ਹੈ ਉਹ ਹੈ ਖਿਲਜੀ ਵੰਸ਼, ਜਿਹਦੇ ਪ੍ਰਮੁੱਖ ਸ਼ਾਸਕ 2 ਹੋਏ ਨੇ, ਜਲਾਲੂਦੀਨ ਖਿਲਜੀ ਔਰ ਅਲਾਉਦੀਨ ਖਿਲਜੀ। ਇਹਨਾਂ ਤੋਂ ਇਲਾਵਾ ਜਿਹੜੇ ਸ਼ਾਸਕ ਹੋਏ ਆ ਉਹਨਾਂ ਦੇ ਨਾਮ ਨੀਚੇ ਲਿਖੇ ਹੋਏ ਨੇ। ਸ਼ਹਾਬੂਦੀਨ ਖਿਲਜੀ, ਉਮਰ ਖਿਲਜੀ, ਮੁਬਾਰਕ ਸ਼ਾਹ ਖਿਲਜੀ, ਨਸਰੂਦੀਨ ਖੁਸਰੋ ਸ਼ਾਹ ਖਿਲਜੀ। ਹੁਣ ਆਪਾਂ ਪ੍ਰਮੁੱਖ ਸ਼ਾਸਕਾਂ ਦੇ ਬਾਰੇ ਇੱਕ ਇੱਕ ਕਰਕੇ ਪੜ੍ਹਾਂਗੇ। ਤਾਂ ਖਿਲਜੀ ਵੰਸ਼ ਦਾ ਪਹਿਲਾ ਪ੍ਰਮੁੱਖ ਸ਼ਾਸਕ ਜਿਹੜਾ ਸੀ ਉਹ ਸੀ ਜਲਾਲੂਦੀਨ ਖਿਲਜੀ। ਤਾਂ ਬੱਚੋ ਦਾਸ ਵੰਸ਼ ਦੇ ਬਾਰੇ ਆਪਾਂ ਪੜ੍ਹਿਆ ਸੀ ਕਿ ਦਾਸ ਵੰਸ਼ ਦਾ ਆਖਰੀ ਸ਼ਕਤੀਸ਼ਾਲੀ ਸ਼ਾਸਕ ਜਿਹੜਾ ਉਹ ਸੀ ਗਿਆਸੁਦੀਨ ਬਲਬਨ। ਗਿਆਸੁਦੀਨ ਬਲਬਨ ਦੀ ਮੌਤ 1286 ਈਸਵੀ ਵਿੱਚ ਹੋ ਗਈ ਸੀ। ਉਸ ਤੋਂ ਬਾਅਦ ਜਿਹੜੇ ਉਹਦੇ ਉੱਤਰਾਧਿਕਾਰੀ ਆਏ ਉਹ ਬਹੁਤ ਹੀ ਕਮਜ਼ੋਰ ਸਨ। ਉਹ ਸ਼ਾਸਨ ਨੂੰ ਸੰਭਾਲ ਨਹੀਂ ਸਕੇ। ਤਾਂ ਉਹਨਾਂ ਦੀ ਇਸ ਕਮਜ਼ੋਰੀ ਦੀ ਵਜ੍ਹਾ ਦੇ ਕਰਕੇ ਖਿਲਜੀ ਵੰਸ਼ ਜਿਹੜਾ ਹੈ ਉਹ ਚੜ੍ਹਤ ਦੇ ਵਿੱਚ ਆਇਆ। ਜਲਾਲੂਦੀਨ ਖਿਲਜੀ ਜਿਹੜਾ ਪਹਿਲਾਂ ਉਹਨਾਂ ਦੀ ਫੌਜ ਵਿੱਚ ਹੀ ਜਰਨੈਲ ਸੀ, ਉਹਨੇ ਜਦੋਂ ਇੱਕ ਗੈਪ ਦੇਖਿਆ ਸ਼ਾਸਨ ਕਾਲ ਦੇ ਵਿੱਚ ਤਾਂ ਉਸਨੇ ਇਸ ਦਾ ਫਾਇਦਾ ਉਠਾਇਆ ਅਤੇ ਦਾਸ ਵੰਸ਼ ਦੇ ਆਖਰੀ ਰਾਜੇ ਨੂੰ ਮਾਰ ਕੇ ਉਹ ਖੁਦ ਦਿੱਲੀ ਦਾ ਸੁਲਤਾਨ ਬਣ ਕੇ ਬੈਠ ਗਿਆ। ਇਹ ਗੱਲ ਹੈ 1290 ਈਸਵੀ ਦੀ, ਯਾਨੀ ਕਿ 1286 ਈਸਵੀ ਵਿੱਚ ਗਿਆਸੁਦੀਨ ਬਲਬਨ ਦੀ ਮੌਤ ਹੁੰਦੀ ਹੈ। ਉਸ ਤੋਂ ਸਿਰਫ 4 ਸਾਲ ਬਾਅਦ ਹੀ ਉਹ ਇਹ ਜਿਹੜਾ ਦਾਸ ਵੰਸ਼ ਖਤਮ ਹੋ ਜਾਂਦਾ ਅਤੇ ਖਿਲਜੀ ਵੰਸ਼ ਜਿਹੜਾ ਉਹ ਸਟਾਰਟ ਹੋ ਜਾਂਦਾ। ਤਾਂ ਜਲਾਲੂਦੀਨ ਖਿਲਜੀ ਜਿਹੜਾ ਹੈ ਇਸ ਤਰ੍ਹਾਂ ਖਿਲਜੀ ਵੰਸ਼ ਦਾ ਸੰਸਥਾਪਕ ਸੀ ਜਾਂ ਸਭ ਤੋਂ ਪਹਿਲਾ ਸ਼ਾਸਕ ਹੋਇਆ। ਪਰ ਜਲਾਲੂਦੀਨ ਖਿਲਜੀ ਦਾ ਰਸਤਾ ਵੀ ਕੋਈ ਬਹੁਤਾ ਸੌਖਾ ਨਹੀਂ ਸੀ। ਉਸਨੂੰ ਵੀ ਆਪਣੇ ਦਰਬਾਰ ਦੇ ਅਮੀਰਾਂ ਦਾ ਵਿਰੋਧ ਸਹਿਣਾ ਪਿਆ ਅਤੇ ਬਹੁਤ ਸਾਰੀਆਂ ਸਾਜ਼ਿਸ਼ਾਂ ਉਸ ਦੇ ਖਿਲਾਫ ਰਚੀਆਂ ਗਈਆਂ। ਇਹਦਾ ਇੱਕ ਕਾਰਨ ਇਹ ਸੀ ਕਿ
ਦਾਸ ਵੰਸ਼ ਦੇ ਜਿੰਨੇ ਵੀ ਸ਼ਾਸਕ ਹੋਏ ਹਨ ਇਹ ਸਾਰੇ ਤੁਰਕੀ ਸਨ, ਤੁਰਕ ਤੋਂ ਆਏ ਹੋਏ ਸਨ। ਤਾਂ ਇਹਨਾਂ ਦੇ ਦਰਬਾਰ ਦੇ ਜਿਹੜੇ ਅਮੀਰ ਸੀ ਜਾਂ ਜਿਹੜੇ ਨਵਾਬ ਸੀ ਉਸ ਸਮੇਂ ਦੇ, ਉਹ ਸਾਰੇ ਲੋਕ ਵੀ ਤੁਰਕ ਸਨ। ਜਲਾਲੂਦੀਨ ਖਿਲਜੀ, ਜਾਂ ਇਹ ਕਹੀਏ ਕਿ ਖਿਲਜੀ ਜਿਹੜਾ ਖਾਨਦਾਨ ਸੀ, ਇਹ ਵੀ ਬੇਸਿਕਲੀ ਤੁਰਕੀ ਸੀ, ਪਰ ਇਹ ਤੁਰਕੀ ਤੋਂ ਭਾਰਤ ਆਉਣ ਤੋਂ ਪਹਿਲਾਂ ਸਨ ਵਿੱਚ ਅਫਗਾਨਿਸਤਾਨ ਦੇ ਵਿੱਚ ਕਾਫੀ ਸਮਾਂ ਰਹੇ ਸਨ। ਇਸ ਕਰਕੇ ਅਮੀਰ ਜਿਹੜੇ ਤੁਰਕੀ ਸੀਗੇ ਭਾਰਤ ਦੇ ਵਿੱਚ ਉਸ ਵੇਲੇ, ਉਹ ਇਹ ਸਮਝਦੇ ਸਨ ਕਿ ਇਹ ਜਲਾਲੂਦੀਨ ਖਿਲਜੀ ਸਾਡੇ ਖਾਨਦਾਨ ਵਿੱਚ ਤੁਰਕੀ ਨਹੀਂ ਹੈ, ਇਹ ਤਾਂ ਕੋਈ ਹੋਰ ਬੰਦਾ, ਇਹ ਤਾਂ ਅਫਗਾਨੀ ਹੈ। ਇਸ ਕਰਕੇ ਉਹ ਇਹਨੂੰ ਚੰਗਾ ਨਹੀਂ ਸਮਝਦੇ ਸਨ। ਦੂਸਰੀ ਗੱਲ ਇਹ ਸੀ ਕਿ ਜਲਾਲੂਦੀਨ ਖਿਲਜੀ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ, ਲਗਭਗ 70 ਸਾਲ ਦੀ ਉਮਰ ਸੀ ਉਸ ਸਮੇਂ ਦੀ। ਤਾਂ ਇਹਦੇ ਸੁਭਾਅ ਦੇ ਵਿੱਚ ਵੀ ਨਰਮੀ ਸੀ। ਤਾਂ ਉਹਨਾਂ ਨੂੰ ਇਸ ਕਰਕੇ ਇਹ ਰਾਜੇ ਦੇ ਤੌਰ 'ਤੇ ਜਲਾਲੂਦੀਨ ਖਿਲਜੀ ਕੋਈ ਵਧੀਆ ਨਹੀਂ ਸੀ ਲੱਗਦਾ। ਇਸ ਕਰਕੇ ਉਹਨਾਂ ਨੇ ਇਸ ਦੇ ਖਿਲਾਫ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਇਸ ਦਾ ਨਤੀਜਾ ਇਹ ਹੋਇਆ ਕਿ 1296 ਈਸਵੀ ਵਿੱਚ ਅਲਾਊਦੀਨ ਖਿਲਜੀ, ਜਿਹੜਾ ਕਿ ਜਲਾਲੂਦੀਨ ਖਿਲਜੀ ਦਾ ਭਤੀਜਾ ਹੀ ਸੀ, ਉਸੇ ਨੇ ਹੀ ਆਪਣੇ ਚਾਚੇ ਦਾ, ਯਾਨੀ ਕਿ ਜਲਾਲੂਦੀਨ ਖਿਲਜੀ ਦਾ ਕਤਲ ਕਰ ਦਿੱਤਾ ਅਤੇ ਰਾਜਗੱਦੀ ਉਸ ਤੋਂ ਹਥਿਆ ਲਈ। ਅਤੇ ਇਹਦੇ ਨਾਲ ਹੀ ਜਲਾਲੂਦੀਨ ਖਿਲਜੀ ਜਿਹੜਾ ਉਹ ਸਿਰਫ 6 ਸਾਲ ਰਾਜ ਕਰਕੇ ਹੀ ਉਸ ਦਾ ਅੰਤ ਹੋ ਗਿਆ। ਹੁਣ ਆਪਾਂ ਕੁਝ ਪ੍ਰਸ਼ਨ ਜਲਾਲੂਦੀਨ ਖਿਲਜੀ ਬਾਰੇ ਕਰ ਲਈਏ। ਪਹਿਲਾ ਪ੍ਰਸ਼ਨ ਹੈ, ਦਾਸ ਵੰਸ਼ ਦਾ ਆਖਰੀ ਸ਼ਕਤੀਸ਼ਾਲੀ ਸੁਲਤਾਨ ਕੌਣ ਸੀ? ਦਾਸ ਵੰਸ਼ ਦਾ ਆਖਰੀ ਸ਼ਕਤੀਸ਼ਾਲੀ ਸੁਲਤਾਨ ਗਿਆਸੁਦੀਨ ਬਲਬਨ। ਗਿਆਸਉਦੀਨ ਬਲਬਨ। ਦੂਸਰਾ ਪ੍ਰਸ਼ਨ, ਦਾਸ ਵੰਸ਼ ਦਾ ਪਤਨ ਕਿਉਂ ਹੋਇਆ? ਗਿਆਸੁਦੀਨ ਬਲਬਨ ਦੇ ਉੱਤਰਾਧਿਕਾਰੀ ਬਹੁਤ ਕਮਜ਼ੋਰ ਸ਼ਾਸਕ ਸਨ। ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਜਲਾਲੂਦੀਨ ਖਿਲਜੀ ਨੇ ਬਲਬਨ ਦੀ ਮੌਤ ਦੇ 4 ਸਾਲ ਬਾਅਦ ਹੀ ਦਿੱਲੀ ਦੇ ਸਿੰਘਾਸਨ 'ਤੇ ਕਬਜ਼ਾ ਕਰ ਲਿਆ ਅਤੇ ਇਸ ਵਜ੍ਹਾ ਕਰਕੇ ਦਾਸ ਵੰਸ਼ ਦਾ ਪਤਨ ਹੋ ਗਿਆ। ਨੰਬਰ 3, ਜਲਾਲੂਦੀਨ ਖਿਲਜੀ ਕਦੋਂ ਸੁਲਤਾਨ ਬਣਿਆ? 1290 ਈਸਵੀ ਵਿੱਚ। ਜਲਾਲੂਦੀਨ ਖਿਲਜੀ ਦੀ ਮੌਤ ਕਿਵੇਂ ਹੋਈ? ਉਸਨੂੰ ਅਲਾਊਦੀਨ ਖਿਲਜੀ ਨੇ ਕਤਲ ਕਰ ਦਿੱਤਾ ਸੀ। ਜਲਾਲੂਦੀਨ ਖਿਲਜੀ ਦੇ ਸ਼ਾਸਨ ਦੌਰਾਨ ਦਰਬਾਰ ਸਾਜ਼ਿਸ਼ਾਂ ਦਾ ਸਥਾਨ ਕਿਉਂ ਬਣ ਗਿਆ ਸੀ? ਸ਼ਾਹੀ ਦਰਬਾਰ ਦੇ ਤੁਰਕ ਅਮੀਰ ਜਲਾਲੂਦੀਨ ਨੂੰ ਚੰਗਾ ਨਹੀਂ ਸਮਝਦੇ ਸਨ, ਜਿਸ ਕਾਰਨ ਉਹ ਹਮੇਸ਼ਾ ਉਸ ਦੇ ਵਿਰੁੱਧ ਗੋਂਦਾਂ ਗੁੰਦਦੇ ਰਹਿੰਦੇ ਸਨ। ਅੱਗੇ ਹੈ ਸਹੀ ਗਲਤ ਦੱਸੋ। ਨੰਬਰ 1, ਜਲਾਲੂਦੀਨ ਖਿਲਜੀ ਭਾਰਤ ਵਿੱਚ ਖਿਲਜੀ ਰਾਜ ਦਾ ਸੰਸਥਾਪਕ ਸੀ। ਸਹੀ। ਦੂਸਰਾ, ਜਲਾਲੂਦੀਨ ਖਿਲਜੀ ਦੇ ਸ਼ਾਸਨ ਦੌਰਾਨ ਦਰਬਾਰ ਸਾਜ਼ਿਸ਼ਾਂ ਦਾ ਸਥਾਨ ਬਣ ਗਿਆ ਸੀ। ਸਹੀ। ਤੀਸਰਾ, ਅਲਾਊਦੀਨ ਖਿਲਜੀ ਜਲਾਲੂਦੀਨ ਖਿਲਜੀ ਦਾ ਪੁੱਤਰ ਸੀ। ਗਲਤ। ਅਲਾਊਦੀਨ ਖਿਲਜੀ ਜਲਾਲੂਦੀਨ ਖਿਲਜੀ ਦਾ ਭਤੀਜਾ ਸੀ। ਨੰਬਰ 4, ਜਲਾਲੂਦੀਨ ਖਿਲਜੀ 1296 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ। ਗਲਤ। ਉਹ 1290 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ ਸੀ। ਨੰਬਰ 5, ਜਲਾਲੂਦੀਨ ਖਿਲਜੀ ਨੇ 1290 ਈਸਵੀ ਤੋਂ 1296 ਈਸਵੀ ਤੱਕ ਰਾਜ ਕੀਤਾ। ਸਹੀ। ਨੰਬਰ 6, ਜਲਾਲੂਦੀਨ ਖਿਲਜੀ ਨੇ ਅਲਾਊਦੀਨ ਖਿਲਜੀ ਦਾ ਕਤਲ ਕਰ ਦਿੱਤਾ। ਗਲਤ। ਇਹ ਇਸ ਤੋਂ ਉਲਟ ਹੋਇਆ ਸੀ। ਅਲਾਊਦੀਨ ਖਿਲਜੀ ਨੇ ਜਲਾਲੂਦੀਨ ਖਿਲਜੀ ਦਾ ਕਤਲ ਕੀਤਾ ਸੀ। ਹੁਣ ਆਪਾਂ ਪੜ੍ਹਾਂਗੇ ਅਲਾਊਦੀਨ ਖਿਲਜੀ ਦੇ ਬਾਰੇ ਵਿੱਚ। ਅਲਾਊਦੀਨ ਖਿਲਜੀ ਬਹੁਤ ਹੀ ਪ੍ਰਸਿੱਧ ਸ਼ਾਸਕ ਹੋਇਆ। ਨਾ ਸਿਰਫ ਦਿੱਲੀ ਸਲਤਨਤ ਦਾ, ਬਲਕਿ ਭਾਰਤ ਦੇ ਪ੍ਰਸਿੱਧ ਸ਼ਾਸਕਾਂ ਵਿੱਚੋਂ, ਪ੍ਰਸਿੱਧ ਔਰ ਜ਼ਾਲਿਮ ਸ਼ਾਸਕਾਂ ਵਿੱਚੋਂ ਉਸ ਦਾ ਨਾਮ ਆਉਂਦਾ ਹੈ। ਤਾਂ ਅਲਾਊਦੀਨ ਖਿਲਜੀ ਦਾ ਜਿਹੜਾ ਸ਼ਾਸਨ ਕਾਲ ਹੈ ਇਹ 1296 ਈਸਵੀ ਤੋਂ 1316 ਈਸਵੀ ਤੱਕ ਚੱਲਿਆ। ਅਲਾਊਦੀਨ ਖਿਲਜੀ ਬਹੁਤ ਹੀ ਇਸ ਦਾ ਅਰਮਾਨ ਸੀ ਕਿ ਮੈਂ ਪੂਰੇ ਭਾਰਤ ਨੂੰ ਆਪਣੀ ਮੁੱਠੀ ਵਿੱਚ ਕਰ ਲਾਂ। ਤਾਂ ਇਹ ਪੂਰੇ ਭਾਰਤ ਵਿੱਚ ਇੱਕ ਸਾਮਰਾਜ ਕਾਇਮ ਕਰਨਾ ਚਾਹੁੰਦਾ ਸੀ। ਇਸ ਕਰਕੇ ਇਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਕਬਜ਼ਾ ਕਰ ਲਿਆ ਸੀ। ਤਾਂ 1296 ਈਸਵੀ ਵਿੱਚ ਇਹਨੇ ਆਪਣੇ ਚਾਚੇ ਜਲਾਲੂਦੀਨ ਖਿਲਜੀ ਨੂੰ ਕਤਲ ਕਰਕੇ ਰਾਜਗੱਦੀ ਹਥਿਆਈ ਸੀ। ਅਤੇ ਉਸ ਤੋਂ 3 ਸਾਲ ਬਾਅਦ ਹੀ 1299 ਈਸਵੀ ਵਿੱਚ ਇਹਨੇ ਗੁਜਰਾਤ ਦੇ ਉੱਪਰ ਵੀ ਜਿੱਤ ਪ੍ਰਾਪਤ ਕਰ ਲਈ ਸੀ। ਉਸ ਤੋਂ 2 ਸਾਲਾਂ ਬਾਅਦ
1301 ਈਸਵੀ ਜਾਂ 1301 ਈਸਵੀ ਵਿੱਚ ਇਸਨੇ ਰਣਥੰਭੋਰ 'ਤੇ ਅਧਿਕਾਰ ਕਰ ਲਿਆ, ਔਰ ਉਸ ਤੋਂ 2 ਸਾਲ ਬਾਅਦ 1303 ਈਸਵੀ ਵਿੱਚ ਚਿੱਤੌੜ ਦੇ ਉੱਤੇ ਵੀ ਕਬਜ਼ਾ ਕਰ ਲਿਆ ਸੀ। ਤੁਸੀਂ ਅਲਾਉਦੀਨ ਖਿਲਜੀ ਦੀ ਰਾਜਪੂਤ ਰਾਣੀ ਪਦਮਾਵਤੀ ਦੇ ਨਾਲ ਕਹਾਣੀ ਜ਼ਰੂਰ ਸੁਣੀ ਹੋਵੇਗੀ, ਤਾਂ ਇਹ ਉਹੀ ਅਲਾਉਦੀਨ ਖਿਲਜੀ ਹੈ। ਅਲਾਉਦੀਨ ਖਿਲਜੀ ਦਾ ਇੱਕ ਜਰਨੈਲ ਸੀ ਮਲਿਕ ਕਫੂਰ। ਉਹ ਅਲਾਉਦੀਨ ਖਿਲਜੀ ਦਾ ਬਹੁਤ ਹੀ ਵਫਾਦਾਰ ਦਾਸ ਸੀ, ਔਰ ਉਹ ਬਹੁਤ ਹੀ ਬਹਾਦਰ ਸੀ। ਇਸ ਵਜ੍ਹਾ ਕਰਕੇ ਅਲਾਉਦੀਨ ਖਿਲਜੀ ਨੇ ਉਸਨੂੰ ਦੱਖਣੀ ਭਾਰਤ ਵੱਲ ਭੇਜਿਆ, ਜਿੱਥੇ ਮਲਿਕ ਕਫੂਰ ਨੇ ਬਹੁਤ ਸਾਰੇ ਛੋਟੇ ਛੋਟੇ ਰਾਜ ਸੀ ਉਹਨਾਂ ਨੂੰ ਹਰਾਇਆ, ਜਿਵੇਂ ਦੇਵਗਿਰੀ, ਵਾਰੰਗਲ, ਦਵਾਰ ਸਮੁੰਦਰ ਅਤੇ ਮਦੁਰਾਏ। ਪਰ ਇਹ ਸਾਰੇ ਰਾਜਾਂ ਨੂੰ ਅਲਾਉਦੀਨ ਖਿਲਜੀ ਆਪਣੇ ਸਾਮਰਾਜ ਵਿੱਚ ਸ਼ਾਮਿਲ ਨਹੀਂ ਕਰ ਸਕਿਆ ਸੀ, ਕਿਉਂਕਿ ਉਹਨਾਂ ਨਾਲ ਵੱਖੋ ਵੱਖਰੀਆਂ ਸੰਧੀਆਂ ਹੋਈਆਂ ਸਨ। 1316 ਈਸਵੀ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੋ ਗਈ। ਅਲਾਉਦੀਨ ਖਿਲਜੀ ਤੋਂ ਬਾਅਦ 'ਚ ਆਉਣ ਵਾਲੇ ਖਿਲਜੀ ਵੰਸ਼ ਦੇ ਉੱਤਰਾਧਿਕਾਰੀ ਸੀ ਜਿਹੜੇ, ਉਹ ਬਹੁਤ ਕਮਜ਼ੋਰ ਸਨ। ਉਹਨਾਂ ਦੇ ਨਾਮ ਸ਼ਹਾਬੂਦੀਨ ਉਮਰ, ਮੁਬਾਰਕ ਸ਼ਾਹ, ਨਸੀਰੂਦੀਨ ਖੁਸਰੋ ਸ਼ਾਹ ਆਦਿ ਸਨ, ਪਰ ਉਹ ਇਸ ਸਲਤਨਤ ਨੂੰ ਸੰਭਾਲ ਨਹੀਂ ਸਕੇ। ਜਿਵੇਂ ਦਾਸ ਵੰਸ਼ ਦੇ ਵਿੱਚ ਬਲਬਨ ਤੋਂ ਬਾਅਦ ਕਮਜ਼ੋਰ ਉੱਤਰਾਧਿਕਾਰੀ ਆਏ ਅਤੇ ਉਸ ਤੋਂ 4 ਸਾਲਾਂ ਬਾਅਦ ਹੀ ਦਾਸ ਵੰਸ਼ ਦਾ ਖਾਤਮਾ ਹੋ ਗਿਆ ਸੀ ਅਤੇ ਖਿਲਜੀ ਵੰਸ਼ ਸ਼ੁਰੂ ਹੋ ਗਿਆ ਸੀ। ਉਹੀ ਚੀਜ਼ ਖਿਲਜੀਆਂ ਨਾਲ ਵਾਪਰੀ। ਜਦੋਂ ਅਲਾਉਦੀਨ ਖਿਲਜੀ ਤੋਂ ਬਾਅਦ ਦੇ ਕਮਜ਼ੋਰ ਸ਼ਾਸਕ ਸ਼ਾਸਨ ਕਾਲ ਨੂੰ ਸੰਭਾਲ ਨਾ ਸਕੇ, ਜਗ੍ਹਾ ਜਗ੍ਹਾ 'ਤੇ ਬਗਾਵਤਾਂ ਹੋਣ ਲੱਗ ਪਈਆਂ, ਅਤੇ ਠੀਕ 4 ਸਾਲ ਬਾਅਦ 1316 ਈਸਵੀ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੋਈ। ਉਸ ਤੋਂ ਠੀਕ 4 ਸਾਲ ਬਾਅਦ 1320 ਈਸਵੀ ਵਿੱਚ ਹੀ ਗਾਜ਼ੀ ਤੁਗਲਕ ਜਾਂ ਗਿਆਸੁਦੀਨ ਤੁਗਲਕ ਨੇ ਖਿਲਜੀ ਖਾਨਦਾਨ ਦੇ ਆਖਰੀ ਚਿਰਾਗ ਖੁਸਰੋ ਸ਼ਾਹ ਜਾਂ ਨਸੀਰੂਦੀਨ ਖੁਸਰੋ ਸ਼ਾਹ ਸੀ ਜਿਹੜਾ, ਉਹਨੂੰ ਹਰਾ ਕੇ ਖਿਲਜੀ ਵੰਸ਼ ਦਾ ਅੰਤ ਕਰ ਦਿੱਤਾ। ਅਲਾਉਦੀਨ ਖਿਲਜੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੁਝ ਸੁਧਾਰ ਵੀ ਕੀਤੇ, ਉਹਨਾਂ ਦੀ ਚਰਚਾ ਵੀ ਆਪਾਂ ਜ਼ਰੂਰ ਕਰਾਂਗੇ। ਤਾਂ ਉਸ ਦੇ ਸੁਧਾਰਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਖੱਬੇ ਹੱਥ ਤੁਸੀਂ ਦੇਖ ਰਹੇ ਹੋ ਆਰਥਿਕ ਸੁਧਾਰ, ਔਰ ਸੱਜੇ ਹੱਥ ਸੈਨਿਕ ਸੁਧਾਰ। ਪਹਿਲਾਂ ਆਪਾਂ ਆਰਥਿਕ ਸੁਧਾਰਾਂ ਦੀ ਗੱਲ ਕਰਦੇ ਹਾਂ। ਅਲਾਉਦੀਨ ਖਿਲਜੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਅਤੇ ਲੋਕਾਂ ਨੂੰ ਸਹੂਲਤਾਂ, ਆਮ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ। ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਕਿ ਗਰੀਬ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ ਵੀ ਲੋੜ ਦੀਆਂ ਚੀਜ਼ਾਂ, ਜਿਵੇਂ ਰਾਸ਼ਨ ਹੁੰਦਾ ਹੈ, ਤਾਂ ਉਹਦੇ ਭਾਅ ਜਿਹੜੇ ਸਰਕਾਰ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਆ। ਇਸ ਚੀਜ਼ ਦੀ ਸ਼ੁਰੂਆਤ ਅਲਾਉਦੀਨ ਖਿਲਜੀ ਨੇ ਹੀ ਕੀਤੀ ਸੀ। ਇਸ ਵਾਸਤੇ ਉਸਨੇ ਮੰਡੀ ਅਫਸਰ ਵੀ ਰੱਖੇ ਸਨ, ਜਿਹੜੇ ਇਸ ਗੱਲ 'ਤੇ ਨਿਗਾਹ ਰੱਖਦੇ ਸਨ ਕਿ ਕੋਈ ਵੀ ਦੁਕਾਨਦਾਰ ਜਾਂ ਕੋਈ ਵਪਾਰੀ ਇਹ ਲਾਜ਼ਮੀ ਜਿਹੜੀਆਂ ਜ਼ਰੂਰੀ ਚੀਜ਼ਾਂ, ਜਿਹੜੀਆਂ ਬੇਸਿਕ ਨੀਡਸ ਨੂੰ ਪੂਰੀਆਂ ਕਰਨ ਵਾਲੀਆਂ ਚੀਜ਼ਾਂ, ਖਾਸ ਤੌਰ 'ਤੇ ਜਿਵੇਂ ਅਨਾਜ ਹੁੰਦਾ ਹੈ ਜਾਂ ਮਸਾਲੇ ਹੈ ਜਾਂ ਕੱਪੜਾ, ਇਹ ਚੀਜ਼ਾਂ ਦੀ ਕੀਮਤ ਜਿਹੜੀ ਹੈ ਉਹ ਲੋਕਾਂ ਤੋਂ ਨਜਾਇਜ਼ ਤਾਂ ਨਹੀਂ ਲੈ ਰਹੇ। ਤਾਂ ਜੇ ਕੋਈ ਕੁਤਾਹੀ ਕਰਦਾ ਸੀ ਇਸ ਕੰਮ ਵਿੱਚ, ਤਾਂ ਉਸ ਨੂੰ ਬਹੁਤ ਹੀ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਦਾਹਰਨ ਵਜੋਂ, ਜੇ ਕੋਈ ਵਪਾਰੀ ਜਾਂ ਦੁਕਾਨਦਾਰ ਕੀਮਤ ਵੱਧ ਵਸੂਲ ਕਰਦਾ ਸੀ ਤਾਂ ਉਸ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਸੀ। ਜਿੰਨੇ ਉਹਨੇ ਪੈਸੇ ਵੱਧ ਲਏ ਹੁੰਦੇ ਸਨ, ਉਨੇ ਹੀ ਉਹਨੂੰ ਕੋੜੇ ਲਗਾਏ ਜਾਂਦੇ ਸਨ। ਇਸੇ ਤਰੀਕੇ ਨਾਲ ਜੇ ਕੋਈ ਘੱਟ ਤੋਲਦਾ ਸੀ, ਜੇ ਕੋਈ ਦੁਕਾਨਦਾਰ ਘੱਟ ਤੋਲਦਾ ਸੀ, ਤਾਂ ਉਹ ਜਿੰਨਾ ਉਹਨੇ ਘੱਟ ਤੋਲਿਆ ਹੁੰਦਾ ਸੀ, ਓਨਾ ਹੀ ਉਸਦੇ ਸਰੀਰ ਦਾ ਮਾਸ ਨੋਚ ਲਿਆ ਜਾਂਦਾ ਸੀ, ਕੱਟ ਲਿਆ ਜਾਂਦਾ ਸੀ। ਤਾਂ ਇੰਨੀਆਂ ਸਖਤ ਸਜ਼ਾਵਾਂ ਜਿਹੜੀਆਂ ਸੀ ਉਹ ਦੇਣ ਕਰਕੇ ਹੀ ਜਿਹੜੇ ਵਪਾਰੀ ਅਤੇ ਦੁਕਾਨਦਾਰ ਜਿਹੜੇ ਸੀਗੇ, ਉਹ ਲੋਕਾਂ ਨਾਲ ਸਹੀ ਵਿਹਾਰ ਕਰਦੇ ਸੀ, ਉਹ ਸਹੀ ਕੀਮਤਾਂ ਦੇ ਉੱਪਰ ਚੀਜ਼ਾਂ ਵੇਚਦੇ ਸਨ। ਇਹ ਸਨ ਇਸ ਦੇ ਆਰਥਿਕ ਸੁਧਾਰ। ਇਸੇ ਤਰੀਕੇ ਨਾਲ ਅਲਾਉਦੀਨ ਖਿਲਜੀ ਨੇ ਸੈਨਿਕ ਸੁਧਾਰ ਵੀ ਕੀਤੇ। ਸੈਨਿਕ ਸੁਧਾਰਾਂ ਵਿੱਚ ਸਭ ਤੋਂ ਪਹਿਲਾਂ ਇਹਦਾ ਸੁਧਾਰ ਸੀ ਸੈਨਿਕਾਂ ਦੇ ਹੁਲੀਏ ਲਿਖਣਾ, ਕਿਉਂਕਿ ਪਹਿਲਾਂ ਸੈਨਾ ਦੇ ਵਿੱਚ ਬਹੁਤ ਸਾਰੇ ਸੈਨਿਕਾਂ ਦੀ ਲੋੜ ਪੈਂਦੀ ਸੀ, ਤਾਂ ਰਾਜੇ ਮਹਾਰਾਜਾ ਨੂੰ ਪਤਾ ਹੀ ਨਹੀਂ ਸੀ ਚੱਲਦਾ ਕਿ ਉਹਨਾਂ ਦੇ ਸੈਨਿਕ ਕਿੰਨੇ ਹਨ ਅਤੇ ਕਿਹੜੇ ਕਿਹੜੇ ਉਹਨਾਂ ਦੇ ਸੈਨਿਕ ਹੈ ਅਤੇ ਕਿਹੜੇ ਹੋਰ ਕਿਸੇ ਜਗ੍ਹਾ ਤੋਂ ਆ ਕੇ ਉਹਨਾਂ ਦੀ ਸੈਨਾ ਵਿੱਚ ਰਲ ਗਏ। ਇਸ ਕਰਕੇ ਉਹਨਾਂ ਨੇ ਸੈਨਿਕਾਂ ਦੇ ਹੁਲੀਏ ਲਿਖਣਾ ਸ਼ੁਰੂ ਕੀਤਾ, ਤਾਂ ਕਿ ਉਹਨਾਂ ਨੂੰ ਪਤਾ ਰਹੇ ਕਿ ਕੋਈ ਜਿਹੜਾ ਵਿਅਕਤੀ ਜਿਹੜਾ ਉਹਨਾਂ ਦੀ ਸੈਨਾ ਦੇ ਵਿੱਚ ਆ ਰਿਹਾ ਹੈ, ਕਿ ਉਹ ਵਾਕਈ ਉਹਨਾਂ ਦੀ ਸੈਨਾ ਦਾ ਹੀ ਮੈਂਬਰ ਹੈ। ਇਸੇ ਤਰੀਕੇ ਨਾਲ ਘੋੜਿਆਂ ਨੂੰ ਵੀ ਦਾਗਿਆ ਜਾਂਦਾ ਸੀ। ਘੋੜੇ ਨੂੰ ਦਾਗਣ ਦਾ ਮਤਲਬ ਇਹ ਹੁੰਦਾ ਹੈ
ਵੀ ਘੋੜੇ ਦੇ ਉੱਪਰ ਕੋਈ ਨਿਸ਼ਾਨ ਲਗਾ ਦੇਣਾ। ਦਾਗਣਾ ਦਾ ਭਾਵ ਹੁੰਦਾ ਹੈ ਗਰਮ ਗਰਮ ਚੀਜ਼ ਨੂੰ ਸਰੀਰ ਦੇ ਉੱਤੇ ਲਾ ਕੇ ਉਹਨਾਂ ਮਾਸ ਸਾੜ ਦੇਣਾ। ਤਾਂ ਉਹ ਘੋੜਿਆਂ ਦੇ ਉੱਪਰ ਜਿਹੜਾ ਹੈ ਇਹ ਨਿਸ਼ਾਨ ਜਿਹੜਾ ਸ਼ਾਹੀ ਨਿਸ਼ਾਨ ਹੁੰਦਾ ਸੀ ਉਸ ਖਿਲਜੀ ਵੰਸ਼ ਦਾ, ਉਸ ਨਿਸ਼ਾਨ ਨੂੰ ਉਹ ਘੋੜੇ ਦੇ ਸਰੀਰ ਦੇ ਉੱਪਰ ਜਿਹੜਾ ਸੀ ਉਹ ਦਾਗ ਕੇ ਉਹਦਾ ਨਿਸ਼ਾਨ ਪੱਕਾ ਕਰ ਦਿੱਤਾ ਜਾਂਦਾ ਸੀ, ਤਾਂ ਕਿ ਇਹ ਪਤਾ ਚੱਲੇ ਕਿ ਇਹ ਘੋੜਾ ਕਿਸ ਦਾ ਹੈ। ਇਸ ਤੋਂ ਇਲਾਵਾ ਆਪਣੀ ਸੈਨਾ ਨੂੰ ਆਪਣੇ ਨਾਲ ਜੋੜੀ ਰੱਖਣ ਵਾਸਤੇ ਅਲਾਉਦੀਨ ਖਿਲਜੀ ਨੇ ਨਕਦ ਤਨਖਾਹ ਦੇਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸੈਨਿਕਾਂ ਨੂੰ ਸਿਰਫ ਜਦੋਂ ਕੋਈ ਕਿਤੇ ਹਮਲਾ ਹੁੰਦਾ ਸੀ ਉਹਦੇ ਵਿੱਚ ਜਿਹੜੀ ਲੁੱਟਮਾਰ ਹੁੰਦੀ ਸੀ ਉਹਦੇ ਵਿੱਚੋਂ ਹਿੱਸਾ ਮਿਲਿਆ ਕਰਦਾ ਸੀ, ਤਨਖਾਹ ਨਹੀਂ ਸੀ ਦਿੱਤੀ ਜਾਂਦੀ ਬਕਾਇਦਾ। ਤਾਂ ਇਹ ਅਲਾਉਦੀਨ ਖਿਲਜੀ ਸੀ ਜਿਸ ਨੇ ਸੈਨਿਕਾਂ ਨੂੰ ਨਕਦ ਤਨਖਾਹ ਦੇਣਾ ਸ਼ੁਰੂ ਕੀਤਾ। ਇਸੇ ਤਰੀਕੇ ਨਾਲ ਇਹਨੇ ਗੁਪਤਚਰ, ਜਿਨ੍ਹਾਂ ਨੂੰ ਆਪਾਂ ਜਾਸੂਸ ਕਹਿ ਸਕਦੇ ਹਾਂ, ਤਾਂ ਉਹ ਗੁਪਤਚਰ ਜਾਂ ਜਾਸੂਸ ਜਿਹੜੇ ਸੀ ਉਹਨਾਂ ਨੂੰ ਵੀ ਰੁਜ਼ਗਾਰ ਦਿੱਤਾ। ਇਹਨੇ ਆਪਣੇ ਸ਼ਾਸਨ ਕਾਲ ਦਾ ਕਿਉਂਕਿ ਇਸ ਦਾ ਸ਼ਾਸਨ ਬਹੁਤ ਵੱਡਾ ਸੀ, ਭਾਰਤ ਦੇ ਕਾਫੀ ਇਲਾਕੇ ਦੇ ਉੱਤੇ ਫੈਲਿਆ ਹੋਇਆ ਸੀ, ਤਾਂ ਸਾਰੇ ਜਿੰਨੇ ਵੀ ਰਾਜ ਸਨ ਉਹਨਾਂ ਦੀ ਖਬਰ ਰੱਖਣ ਵਾਸਤੇ ਕਿ ਉੱਥੇ ਕਿਤੇ ਮੇਰੇ ਖਿਲਾਫ ਕੋਈ ਸਾਜ਼ਿਸ਼ ਤਾਂ ਨਹੀਂ ਹੋ ਰਹੀ ਜਾਂ ਉੱਥੋਂ ਦਾ ਪ੍ਰਬੰਧ ਠੀਕ ਚੱਲ ਰਿਹਾ ਹੈ, ਇਸ ਵਾਸਤੇ ਇਸਨੇ ਕਾਫੀ ਸਾਰੇ ਗੁਪਤਚਰ ਜਿਹੜੇ ਸੀ ਉਹ ਵੀ ਰੱਖੇ ਹੋਏ ਸਨ। ਤਾਂ ਇਹ ਸਨ ਅਲਾਉਦੀਨ ਖਿਲਜੀ ਦੇ ਸੁਧਾਰ, ਆਰਥਿਕ ਸੁਧਾਰ ਅਤੇ ਸੈਨਿਕ ਸੁਧਾਰ। ਹੁਣ ਕੁਝ ਪ੍ਰਸ਼ਨ ਅਲਾਉਦੀਨ ਖਿਲਜੀ ਦੇ ਬਾਰੇ। ਨੰਬਰ 1, ਭਾਰਤ ਵਿੱਚ ਖਿਲਜੀ ਵੰਸ਼ ਦੀ ਨੀਂਹ ਕਿਸ ਨੇ ਰੱਖੀ? ਖਿਲਜੀ ਵੰਸ਼ ਦੀ ਨੀਂਹ ਕਿਸ ਨੇ ਰੱਖੀ? ਜਲਾਲੁਦੀਨ ਖਿਲਜੀ ਨੇ। ਨੰਬਰ 2, ਜਲਾਲੁਦੀਨ ਖਿਲਜੀ ਨੂੰ ਕਿਸ ਨੇ ਕਤਲ ਕੀਤਾ? ਜਲਾਲੁਦੀਨ ਖਿਲਜੀ ਨੂੰ ਕਿਸ ਨੇ ਕਤਲ ਕੀਤਾ? ਅਲਾਉਦੀਨ ਖਿਲਜੀ ਨੇ। ਨੰਬਰ 3, ਜਲਾਲੁਦੀਨ ਖਿਲਜੀ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ? ਜਲਾਲੁਦੀਨ ਖਿਲਜੀ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ? 1290 ਤੋਂ 1296 ਈਸਵੀ ਤੱਕ। ਨੰਬਰ 4, ਅਲਾਉਦੀਨ ਖਿਲਜੀ ਦਾ ਜਲਾਲੁਦੀਨ ਖਿਲਜੀ ਨਾਲ ਕੀ ਰਿਸ਼ਤਾ ਸੀ? ਅਲਾਉਦੀਨ ਖਿਲਜੀ ਦਾ ਜਲਾਲੁਦੀਨ ਖਿਲਜੀ ਨਾਲ ਕੀ ਰਿਸ਼ਤਾ ਸੀ? ਉਹ ਉਸਦਾ ਭਤੀਜਾ ਅਤੇ ਜਵਾਈ ਸੀ। ਉਸਦਾ ਭਤੀਜਾ ਵੀ ਸੀ ਅਲਾਉਦੀਨ ਖਿਲਜੀ ਜਲਾਲੁਦੀਨ ਖਿਲਜੀ ਦਾ, ਅਤੇ ਜਵਾਈ ਵੀ ਸੀ। ਨੰਬਰ 5, ਸੈਨਿਕਾਂ ਨੂੰ ਨਕਦ ਤਨਖਾਹ ਦੇਣ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਅਲਾਉਦੀਨ ਖਿਲਜੀ ਨੇ। ਨੈਕਸਟ ਹੈ ਸਹੀ ਗਲਤ ਦੱਸੋ। ਅਲਾਉਦੀਨ ਖਿਲਜੀ ਨੂੰ ਜਲਾਲੁਦੀਨ ਖਿਲਜੀ ਨੇ ਆਪਣਾ ਜਾਨਸ਼ੀਨ ਨਿਯੁਕਤ ਕੀਤਾ। ਹਾਂਜੀ, ਉਹਨੇ ਆਪਣਾ ਜਾਨਸ਼ੀਨ ਨਿਯੁਕਤ ਕੀਤਾ ਸੀ। ਸਹੀ ਹੈ ਗਲਤ? ਗਲਤ ਹੈ, ਕਿਉਂਕਿ ਅਲਾਉਦੀਨ ਖਿਲਜੀ ਨੇ ਤਾਂ ਜਲਾਲੁਦੀਨ ਖਿਲਜੀ ਦਾ ਕਤਲ ਕੀਤਾ ਸੀ, ਉਹਨੇ ਇਹਨੂੰ ਖੁਦ ਆਪਣਾ ਜਾਨਸ਼ੀਨ ਨਿਯੁਕਤ ਨਹੀਂ ਕੀਤਾ ਸੀ। ਜਾਨਸ਼ੀਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਰਾਜਾ ਮਰਨ ਲੱਗਿਆ ਆਪਣੇ ਤੋਂ ਅਗਲੇ ਰਾਜੇ ਨੂੰ ਥਾਪ ਕੇ ਜਾਂਦਾ, ਉਹਨੂੰ ਉਹਦਾ ਜਾਨਸ਼ੀਨ ਕਹਿੰਦੇ ਆ। ਦੂਸਰਾ ਸਾਡੇ ਕੋਲ ਅਲਾਉਦੀਨ ਖਿਲਜੀ ਦਾ ਸ਼ਾਸਨ ਕਾਲ 1296 ਈਸਵੀ ਤੋਂ 1316 ਈਸਵੀ ਤੱਕ ਸੀ। ਸਹੀ, 1296 ਈਸਵੀ ਤੋਂ 1316 ਈਸਵੀ ਤੱਕ, ਯਾਨੀ ਕਿ 20 ਸਾਲ ਅਲਾਉਦੀਨ ਖਿਲਜੀ ਦਾ ਸ਼ਾਸਨ ਕਾਲ ਸੀ। ਨੰਬਰ 3, ਅਲਾਉਦੀਨ ਖਿਲਜੀ ਨੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ। ਲੋਕਾਂ ਦੀ ਭਲਾਈ ਲਈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ। ਸਹੀ। ਅਗਲਾ ਵਾਕ ਹੈ ਅਲਾਉਦੀਨ ਖਿਲਜੀ ਨੇ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜੇ ਦਾਗਣ ਦੀ ਪ੍ਰਥਾ ਸ਼ੁਰੂ ਨਹੀਂ ਕੀਤੀ। ਗਲਤ। ਅਲਾਉਦੀਨ ਖਿਲਜੀ ਨੇ ਇਹ ਦੋਨੇ ਪ੍ਰਥਾਵਾਂ ਸ਼ੁਰੂ ਕੀਤੀਆਂ ਸਨ, ਸੈਨਿਕਾਂ ਦੇ ਹੁਲੀਏ ਲਿਖਣਾ ਅਤੇ ਘੋੜੇ ਦਾਗਣਾ। ਨੰਬਰ 5, ਅਲਾਉਦੀਨ ਖਿਲਜੀ ਦੀ ਮੌਤ 1316 ਈਸਵੀ ਵਿੱਚ ਹੋਈ। 1316 ਈਸਵੀ ਵਿੱਚ ਹੋਈ। ਸਹੀ। ਅਗਲਾ, ਮਲਿਕ ਕਾਫੂਰ ਅਲਾਉਦੀਨ ਖਿਲਜੀ ਦਾ ਇੱਕ ਜਨਰਲ ਸੀ। ਮਲਿਕ ਕਾਫੂਰ। ਸਹੀ। ਅੱਗੇ ਹੈ ਸਾਡੇ ਕੋਲ ਖਾਲੀ ਥਾਵਾਂ ਭਰੋ। ਤਾਂ ਸਕਰੀਨ ਦੇ ਉੱਪਰ ਨੀਚੇ ਤੁਸੀਂ 5 ਸ਼ਬਦ ਜਾਂ ਨੰਬਰ ਦੇਖ ਰਹੇ ਹੋ, ਇਹਨਾਂ ਦੇ ਨਾਲ ਇਹਨਾਂ ਖਾਲੀ ਥਾਵਾਂ ਨੂੰ ਭਰਿਆ ਜਾਣਾ ਹੈ। ਇਹ ਸ਼ਬਦ ਹਨ 1303, ਕਮਜ਼ੋਰ, ਗਿਆਸੁਦੀਨ ਤੁਗਲਕ, ਸਾਮਰਾਜ ਔਰ ਗੁਜਰਾਤ। ਪਹਿਲਾ ਵਾਕ ਹੈ ਸਾਡੇ ਕੋਲ ਅਲਾਉਦੀਨ ਖਿਲਜੀ ਪੂਰੇ ਭਾਰਤ ਵਿੱਚ ਇੱਕ ਡੈਸ਼ ਸਥਾਪਿਤ ਕਰਨਾ ਚਾਹੁੰਦਾ ਸੀ। ਤਾਂ ਨੀਚੇ ਜਿਹੜੇ ਸ਼ਬਦ ਲਿਖੇ ਹੋਏ ਆ ਇਹਨਾਂ ਵਿੱਚੋਂ ਇੱਕ ਸ਼ਬਦ ਭਰਨਾ ਆਪਾਂ।
ਅਲਾਉਦੀਨ ਖਿਲਜੀ ਪੂਰੇ ਭਾਰਤ ਵਿੱਚ ਇੱਕ ਡੈਸ਼ ਸਥਾਪਿਤ ਕਰਨਾ ਚਾਹੁੰਦਾ ਸੀ। ਤਾਂ ਇਹਨਾਂ ਪੰਜਾਂ ਵਿੱਚੋਂ ਕਿਹੜਾ ਸ਼ਬਦ ਆਊਗਾ? ਸਾਮਰਾਜ। ਨੰਬਰ 2, ਅਲਾਉਦੀਨ ਖਿਲਜੀ ਨੇ 1299 ਈਸਵੀ ਵਿੱਚ ਡੈਸ਼ 'ਤੇ ਜਿੱਤ ਪ੍ਰਾਪਤ ਕੀਤੀ? ਗੁਜਰਾਤ। ਨੰਬਰ 3, ਅਲਾਉਦੀਨ ਖਿਲਜੀ ਨੇ ਡੈਸ਼ ਈਸਵੀ ਵਿੱਚ ਚਿਤੌੜ 'ਤੇ ਕਬਜ਼ਾ ਕਰ ਲਿਆ? 1303 ਈਸਵੀ ਵਿੱਚ, ਯਾਨੀ ਕਿ 1303 ਈਸਵੀ ਵਿੱਚ। ਅਲਾਉਦੀਨ ਖਿਲਜੀ ਦੇ ਉੱਤਰਾਧਿਕਾਰੀ ਡੈਸ਼ ਸਨ? ਅਲਾਉਦੀਨ ਖਿਲਜੀ ਦੇ ਉੱਤਰਾਧਿਕਾਰੀ ਕਮਜ਼ੋਰ ਸਨ। ਲਾਸਟ, ਡੈਸ਼ ਨੇ 1320 ਈਸਵੀ ਵਿੱਚ ਖਿਲਜੀ ਵੰਸ਼ ਦਾ ਅੰਤ ਕਰ ਦਿੱਤਾ? ਡੈਸ਼ ਨੇ 1320 ਈਸਵੀ ਵਿੱਚ ਖਿਲਜੀ ਵੰਸ਼ ਦਾ ਅੰਤ ਕਰ ਦਿੱਤਾ। ਤਾਂ ਕਿਸ ਨੇ ਕੀਤਾ ਸੀ ਖਿਲਜੀ ਵੰਸ਼ ਦਾ ਅੰਤ? ਗਿਆਸੁਦੀਨ ਤੁਗਲਕ। ਗਿਆਸੁਦੀਨ ਤੁਗਲਕ ਨੇ 1320 ਈਸਵੀ ਵਿੱਚ ਖਿਲਜੀ ਵੰਸ਼ ਦਾ ਅੰਤ ਕਰ ਦਿੱਤਾ। ਖਿਲਜੀ ਵੰਸ਼ ਦਾ ਅੰਤ ਕਰ ਦਿੱਤਾ। ਅਗਲੀ ਐਕਸਰਸਾਈਜ਼, ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ ਨੰਬਰ 1, ਕਿਸੇ 2 ਵਿਦੇਸ਼ੀ ਯਾਤਰੀਆਂ ਦੇ ਨਾਂ ਦੱਸੋ ਜੋ ਦਿੱਲੀ ਸਲਤਨਤ ਦੇ ਦੌਰਾਨ ਭਾਰਤ ਆਏ। ਕੋਈ 2 ਵਿਦੇਸ਼ੀ ਯਾਤਰੀ, ਇਬਨ ਬਤੂਤਾ ਅਤੇ ਮਾਰਕੋ ਪੋਲੋ। ਇਬਨ ਬਤੂਤਾ ਕਿੱਥੋਂ ਆਇਆ ਸੀ ਭਲਾ ਜੀ? ਮੋਰੱਕੋ ਤੋਂ। ਵੈਰੀ ਗੁੱਡ। ਨੰਬਰ 2, ਦਿੱਲੀ ਸਲਤਨਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹੜੇ ਸਰੋਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ? ਯਾਨੀ ਕਿਹੜੇ ਇਤਿਹਾਸਕ ਸਰੋਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ? ਉੱਤਰ ਹੈ ਵਿਦੇਸ਼ੀ ਯਾਤਰੀਆਂ ਦੇ ਲੇਖ, ਦਰਬਾਰੀ ਬਿਰਤਾਂਤ ਅਤੇ ਇਤਿਹਾਸਿਕ ਇਮਾਰਤਾਂ। ਪ੍ਰਸ਼ਨ ਨੰਬਰ 3, ਦਾਸ ਵੰਸ਼ ਨਾਲ ਸੰਬੰਧਿਤ ਕਿਸੇ ਇੱਕ ਇਤਿਹਾਸਕ ਇਮਾਰਤ ਦਾ ਨਾਂ ਦੱਸੋ। ਦਾਸ ਵੰਸ਼ ਨਾਲ ਸੰਬੰਧਿਤ ਉਹ ਇੱਕ ਬਹੁਤ ਉੱਚੀ ਇਮਾਰਤ ਹੈ ਨਵੀਂ ਦਿੱਲੀ ਦੇ ਵਿੱਚ, ਕੁਤੁਬ ਮੀਨਾਰ। ਨੰਬਰ 4, ਇਲਤੁਤਮਿਸ਼ ਦੀ ਪੁੱਤਰੀ ਦਾ ਨਾਂ ਦੱਸੋ ਜੋ ਦਿੱਲੀ ਸਲਤਨਤ ਦੇ ਸਿੰਘਾਸਣ 'ਤੇ ਬੈਠੀ। ਇਲਤੁਤਮਿਸ਼ ਦੀ ਪੁੱਤਰੀ ਰਜ਼ੀਆ ਸੁਲਤਾਨ। ਅਗਲਾ ਪ੍ਰਸ਼ਨ, ਮੰਗੋਲਾਂ ਦੇ ਖਿਲਾਫ ਲਹੂ ਅਤੇ ਲੋਹੇ ਦੀ ਨੀਤੀ ਕਿਸ ਨੇ ਅਪਣਾਈ? ਲਹੂ ਅਤੇ ਲੋਹੇ ਦੀ ਨੀਤੀ ਇਹ ਅਪਣਾਈ ਸੀ ਗਿਆਸੁਦੀਨ ਬਲਬਨ ਨੇ। ਹੁਣ ਆਪਾਂ ਅਗਲੀ ਐਕਸਰਸਾਈਜ਼ ਵੱਲ ਵੱਧਦੇ ਹਾਂ। ਤਾਂ ਇਹ ਹੈ ਖਾਲੀ ਥਾਵਾਂ ਭਰੋ। ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਇੱਕ ਵਾਰੀ ਫੇਰ 5 ਸ਼ਬਦ ਜਾਂ ਨੰਬਰ ਲਿਖੇ ਹੋਏ ਹਨ ਸਕਰੀਨ ਦੇ ਹੇਠਾਂ ਕਰਕੇ। ਜਿਹੜੀਆਂ ਖਾਲੀ ਥਾਵਾਂ ਆਉਣਗੀਆਂ ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਸ਼ਬਦ ਜਾਂ ਨੰਬਰ ਉਸ ਖਾਲੀ ਥਾਂ ਵਿੱਚ ਤੁਸੀਂ ਭਰਨਾ ਹੈ। ਤਾਂ ਪਹਿਲੀ ਖਾਲੀ ਥਾਂ ਹੈ ਆਪਣੇ ਕੋਲ, ਕੁਤਬੁਦੀਨ ਐਬਕ ਡੈਸ਼ ਦਾ ਸੰਸਥਾਪਕ ਸੀ। ਕੁਤਬੁਦੀਨ ਐਬਕ ਹਾਂਜੀ ਕਿਸ ਚੀਜ਼ ਦਾ ਸੰਸਥਾਪਕ ਸੀ ਇਹਨਾਂ ਪੰਜਾਂ ਵਿੱਚੋਂ? ਰਜ਼ੀਆ ਸੁਲਤਾਨ, 1211, ਇਲਤੁਤਮਿਸ਼, ਅਲਾਉਦੀਨ ਖਿਲਜੀ, ਦਾਸ ਵੰਸ਼। ਇਹਨਾਂ ਪੰਜਾਂ ਆਪਸ਼ਨਸ ਦੇ ਵਿੱਚੋਂ ਕੁਤਬੁਦੀਨ ਐਬਕ ਦਾਸ ਵੰਸ਼ ਦਾ ਸੰਸਥਾਪਕ ਸੀ। ਪ੍ਰਸ਼ਨ ਨੰਬਰ 2, ਰਜ਼ੀਆ ਸੁਲਤਾਨ ਡੈਸ਼ ਦੀ ਪੁੱਤਰੀ ਸੀ। ਰਜ਼ੀਆ ਸੁਲਤਾਨ ਡੈਸ਼ ਦੀ ਪੁੱਤਰੀ ਸੀ? ਇਲਤੁਤਮਿਸ਼ ਦੀ ਪੁੱਤਰੀ ਸੀ। ਨੰਬਰ 3, ਇਲਤੁਤਮਿਸ਼ ਡੈਸ਼ ਈਸਵੀ ਵਿੱਚ ਸ਼ਾਸਕ ਬਣਿਆ। ਇਲਤੁਤਮਿਸ਼ ਡੈਸ਼ ਈਸਵੀ ਵਿੱਚ ਸ਼ਾਸਕ ਬਣਿਆ? 1211 ਜਾਂ 1211 ਈਸਵੀ ਵਿੱਚ ਸ਼ਾਸਕ ਬਣਿਆ। ਨੰਬਰ 4, ਇਲਤੁਤਮਿਸ਼ ਨੇ ਡੈਸ਼ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ। ਰਜ਼ੀਆ ਸੁਲਤਾਨ। ਪ੍ਰਸ਼ਨ ਨੰਬਰ 5, ਮਲਿਕ ਕਾਫੂਰ ਡੈਸ਼ ਦਾ ਸੈਨਾਪਤੀ ਸੀ। ਮਲਿਕ ਕਾਫੂਰ ਅਲਾਉਦੀਨ ਖਿਲਜੀ ਦਾ ਸੈਨਾਪਤੀ ਸੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਲਿਕ ਕਾਫੂਰ ਅਲਾਉਦੀਨ ਖਿਲਜੀ ਦਾ ਬਹੁਤ ਹੀ ਵਫਾਦਾਰ ਅਤੇ ਬਹੁਤ ਬਹਾਦਰ ਸੈਨਾਪਤੀ ਸੀ ਅਤੇ ਇਹਨੇ ਦੱਖਣੀ ਭਾਰਤ ਵਿੱਚ ਬਹੁਤ ਸਾਰੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਸੀ। ਤਾਂ ਬੱਚਿਓ, ਇਸ ਦੇ ਨਾਲ ਹੀ ਇਸ ਪਾਠ ਦਾ ਦੂਸਰਾ ਭਾਗ ਖਤਮ ਹੁੰਦਾ ਹੈ। ਤੀਸਰੇ ਭਾਗ ਵਿੱਚ ਆਪਾਂ ਫੇਰ ਮਿਲਾਂਗੇ। ਉਸ ਸਮੇਂ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।